Hello everyone, I hope you all are doing fine. Welcome to the session. ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਦੀ ਬੁੱਕ My World ਦਾ 9th ਚੈਪਟਰ Forest and Life ਜਿਹਦਾ ਮਤਲਬ ਹੈ ਜੰਗਲ ਅਤੇ ਜ਼ਿੰਦਗੀ। ਆਓ ਸ਼ੁਰੂ ਕਰੀਏ। I will never forget that day. ਮੈਂ ਉਹ ਦਿਨ ਕਦੇ ਨਹੀਂ ਭੁੱਲਾਂਗਾ। There was a huge gathering in the famous park of our city. ਸਾਡੇ ਸ਼ਹਿਰ ਦੇ ਮਸ਼ਹੂਰ ਪਾਰਕ ਵਿੱਚ ਬਹੁਤ ਵੱਡਾ ਇਕੱਠ ਸੀ, ਬਹੁਤ ਲੋਕ ਇਕੱਠੇ ਹੋਏ ਸੀ। A documentary film was being shown by an organization. ਇੱਕ ਸੰਸਥਾ ਵੱਲੋਂ ਇੱਕ ਡਾਕੂਮੈਂਟਰੀ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਇੱਕ ਅਜਿਹੀ ਫਿਲਮ ਜੋ ਸੱਚਾਈ ਤੇ ਆਧਾਰਿਤ ਹੋਵੇ, ਜਿਸ ਤੋਂ ਕੋਈ ਸਿੱਖਿਆ ਮਿਲਦੀ ਹੋਏ, ਉਹ ਫਿਲਮ ਦਿਖਾਈ ਜਾ ਰਹੀ ਸੀ। The film was about the forest and the life of tribal people living there. ਇਹ ਫਿਲਮ ਜੰਗਲਾਂ ਅਤੇ ਉੱਥੇ ਰਹਿਣ ਵਾਲੇ ਆਦੀਵਾਸੀ ਲੋਕਾਂ ਦੇ ਜੀਵਨ ਬਾਰੇ ਸੀ। The information about forests was totally new for me, as very few forests are there in Punjab. ਜੰਗਲਾਂ ਬਾਰੇ ਮੇਰੀ ਜਾਣਕਾਰੀ ਬਿਲਕੁਲ ਨਵੀਂ ਸੀ, ਕਿਉਂਕਿ ਪੰਜਾਬ ਵਿੱਚ ਬਹੁਤ ਘੱਟ ਜੰਗਲ ਨੇ। This film was related to different states of India. ਇਹ ਫਿਲਮ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਸੀ। I am going to share with you the feelings I learned from this film. ਮੈਂ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਜਾਂ ਕਰਨ ਜਾ ਰਿਹਾ ਹਾਂ ਜੋ ਇਸ ਫਿਲਮ ਤੋਂ ਮੈਂ ਸਿੱਖੀਆਂ ਨੇ। Forest does not mean just a vast place where vegetation and trees are grown, but it also includes wild plants and wild animals. ਇੱਥੇ ਦੱਸਿਆ ਗਿਆ ਜੰਗਲਾਂ ਦਾ ਮਤਲਬ ਸਿਰਫ ਇੱਕ ਵਿਸ਼ਾਲ ਥਾਂ ਜਾਂ ਜਗ੍ਹਾ ਨਹੀਂ ਹੈ ਜਿੱਥੇ ਤੁਸੀਂ ਪੇੜ ਪੌਦੇ ਦੇਖਦੇ ਹੈਗੇ ਹੋ, ਰੁੱਖ ਉੱਗੇ ਹੋਏ ਦੇਖਦੇ ਹੋ, ਸਗੋਂ ਜੰਗਲਾਂ ਦੇ ਵਿੱਚ ਪੌਦਿਆਂ ਤੋਂ ਇਲਾਵਾ ਜੰਗਲੀ ਜਾਨਵਰ ਵੀ ਸ਼ਾਮਲ ਹੁੰਦੇ ਨੇ। Many tribes live in these forests. ਤੇ ਇਹਨਾਂ ਜੰਗਲਾਂ ਵਿੱਚ ਕਈ ਕਬੀਲੇ ਵੀ ਰਹਿੰਦੇ ਹਨ। ਆ ਦੇਖੋ ਫੋਰੈਸਟ ਸੀਨ, ਜੰਗਲ ਦਾ ਦ੍ਰਿਸ਼। ਅੱਗੇ ਚੱਲਦੇ ਹਾਂ। The state like Andhra Pradesh, Bihar, Chhattisgarh, Odisha, Jharkhand, Madhya Pradesh, Manipur, Andaman and Nicobar, etc. have thick forests. ਜੇਕਰ ਮੈਂ ਕੁਝ ਰਾਜਾਂ ਦੀ ਗੱਲ ਕਰਾਂ ਜਿਵੇਂ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਓਡੀਸ਼ਾ, ਝਾਰਖੰਡ, ਮੱਧ ਪ੍ਰਦੇਸ਼, ਮਣੀਪੁਰ, ਅੰਡੇਮਾਨ ਨਿਕੋਬਾਰ, ਇਹਨਾਂ ਰਾਜਾਂ ਵਿੱਚ ਸੰਘਣੇ ਜੰਗਲ ਹੈਗੇ ਨੇ। ਠੀਕ ਦਾ ਮਤਲਬ ਸੰਘਣੇ। The people who live in these forests are called ਆਦੀਵਾਸੀ ਤੇ ਇਹਨਾਂ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਦੀਵਾਸੀ ਕਿਹਾ ਜਾਂਦਾ ਹੈ। There are so many Adivasi tribes in our country. ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਆਦੀਵਾਸੀ ਕਬੀਲੇ ਹੈਗੇ ਨੇ। Let's know about some Adivasi tribes and their regions. ਆਓ ਜਾਣਦੇ ਹਾਂ ਕੁਝ ਆਦੀਵਾਸੀ ਕਬੀਲਿਆਂ ਤੇ ਉਹਨਾਂ ਦੇ ਖੇਤਰ ਬਾਰੇ। ਇੱਥੇ ਲਿਖੀਆਂ ਹੋਈਆਂ ਨੇ ਸਟੇਟਸ ਤੇ ਇੱਥੇ ਲਿਖੀਆਂ ਆਦੀਵਾਸੀ ਟ੍ਰਾਈਬ, ਕਿਹੜੇ ਰਾਜ ਦੇ ਵਿੱਚ ਕਿਹੜੇ ਆਦੀਵਾਸੀ ਕਬੀਲੇ ਕਿਸ ਨਾਮ ਤੋਂ ਜਾਣੇ ਜਾਂਦੇ ਨੇ। Manipur, Marm and Chiru. Assam, Bodos. Rajasthan, Bhel. Madhya Pradesh, Gond. Jharkhand, Munda. ਇਹ ਵੱਖ-ਵੱਖ ਆਦੀਵਾਸੀਆਂ ਦੇ ਨਾਮ ਹੈਗੇ ਨੇ। ਆ ਦੇਖੋ ਵੱਖ-ਵੱਖ ਤਰੀਕੇ ਦੇ ਨਾਲ ਰਹਿੰਦੇ ਨੇ। Different tribes, ਵੱਖ-ਵੱਖ ਕਬੀਲੇ। The whole life of Adivasi people is linked to the forest. ਆਦੀਵਾਸੀ ਲੋਕਾਂ ਦਾ ਸਾਰਾ ਜੀਵਨ ਜੰਗਲਾਂ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਉਹ ਉੱਥੇ ਰਹਿੰਦੇ ਨੇ। They collect their food from these forests. ਉਹ ਇਹਨਾਂ ਜੰਗਲਾਂ ਵਿੱਚੋਂ ਆਪਣਾ ਭੋਜਨ ਇਕੱਠਾ ਕਰਦੇ ਨੇ। Wild fruits, leaves, roots and wild animals form the part of their food. ਜੰਗਲੀ ਫਲ, ਪੱਤੇ, ਜੜਾਂ, ਜੰਗਲੀ ਜਾਨਵਰ ਇਹਨਾਂ ਦੇ ਭੋਜਨ ਦਾ ਹਿੱਸਾ ਬਣਦੇ ਨੇ। These people mostly use crowbars, arrows, etc. for hunting. ਇਹ ਲੋਕ ਜ਼ਿਆਦਾਤਰ ਸ਼ਿਕਾਰ ਕਰਨ ਦੇ ਲਈ ਜਾਂ ਤਾਂ ਐਰੋ ਜਿਹਨੂੰ ਆਪਾਂ ਤੀਰ ਕਹੀਦਾ ਉਹਦਾ ਇਸਤੇਮਾਲ ਕਰਦੇ ਨੇ
ਜਾਂ ਫਿਰ ਕਰੋਬਾਰ ਦਾ। ਹੁਣ ਕਰੋਬਾਰ ਕੀ ਹੁੰਦਾ ਹੈ? ਇੱਕ ਇੰਜ ਕਰਕੇ ਆਇਰਨ ਦਾ ਇੱਕ ਡੰਡੀ ਜੀ ਸੋਟੀ ਜਿਹੀ ਹੁੰਦੀ ਹੈ ਜਿਹਦੇ ਨਾਲ ਸ਼ਿਕਾਰ ਕੀਤਾ ਜਾਂਦਾ ਹੈ, ਮੁੜੀ ਹੋਈ, ਠੀਕ ਹੈ, ਜਿਹਨੂੰ ਫਸਾ ਕੇ ਜਾਨਵਰ ਦੇ ਵਿੱਚ ਉਹਦਾ ਸ਼ਿਕਾਰ ਕੀਤਾ ਜਾਂਦਾ ਹੈ। They cure many diseases with herbs and shrubs they get from these forests. ਉਹ ਇਹਨਾਂ ਜੰਗਲਾਂ ਤੋਂ ਮਿਲਣ ਵਾਲੀਆਂ ਜੜੀਆਂ ਬੂਟੀਆਂ ਦੇ ਨਾਲ ਕਈ ਬਿਮਾਰੀਆਂ ਦਾ ਇਲਾਜ ਕਰਦੇ ਨੇ। To meet their economic needs, they prepare a number of things such as petals from the leaves, furniture, and decorative things from bamboo and sell them. ਆਪਣੀ ਆਰਥਿਕ ਲੋੜਾਂ ਨੂੰ ਪੂਰਾ ਕਰਨ ਦੇ ਲਈ ਇਹ ਕਈ ਪ੍ਰਕਾਰ ਦੀਆਂ ਚੀਜ਼ਾਂ ਬਣਾਉਂਦੇ ਨੇ, ਜਿਵੇਂ ਕਿ ਪੱਤਿਆਂ ਤੋਂ ਆਪਾਂ ਕਹਿ ਸਕਦੇ ਹਾਂ ਪਤਾਲਾਂ, ਪਲੇਟਾਂ, ਫਰਨੀਚਰ ਬਣਾਉਂਦੇ ਨੇ ਇਹ ਲੋਕ, ਜਾਂ ਫਿਰ ਡੈਕੋਰੇਟਿਵ ਥਿੰਗਸ, ਸਜਾਵਟ ਦੀਆਂ ਚੀਜ਼ਾਂ ਤਿਆਰ ਕਰਦੇ ਨੇ ਬਾਂਸ ਤੇ ਲੱਕੜ ਤੋਂ, ਤੇ ਉਸਨੂੰ ਉਸ ਤੋਂ ਬਾਅਦ ਵੇਚਦੇ ਨੇ। Forests are also a source of many other things, example, seeds, nuts, fibers, food for animals, honey, gums, fuel, etc. ਤੇ ਜੰਗਲ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਇਹਨਾਂ ਨੂੰ ਪ੍ਰਦਾਨ ਕਰਦਾ ਹੈ, ਜਿਵੇਂ ਕਿ ਬੀਜ ਹੋ ਗਏ, ਨਟਸ ਹੋ ਗਏ, ਗਿਰੀਆਂ, ਕਿਸੇ ਤਰੀਕੇ ਦੇ ਫਾਈਬਰ, ਕੱਪੜੇ ਵਾਲੀ ਚੀਜ਼ਾਂ, ਜਾਨਵਰਾਂ ਲਈ ਭੋਜਨ, ਸ਼ਹਿਦ ਤੇ ਫਿਊਲ ਵੀ ਦਿੰਦਾ ਹੈ, ਬਾਲਣ। Nowadays, tribal people also trade in these items. ਤੇ ਅੱਜ ਕੱਲ ਆਦੀਵਾਸੀ ਲੋਕ ਇਹਨਾਂ ਵਸਤੂਆਂ ਦਾ ਵੀ ਵਪਾਰ ਕਰਦੇ ਨੇ, ਇਹਨਾਂ ਨੂੰ ਵੀ ਵੇਚਦੇ ਨੇ। ਹੁਣ ਇੱਥੇ ਦਿੱਤੀ ਹੋਈ ਹੈ ਐਕਟੀਵਿਟੀ। ਐਕਟੀਵਿਟੀ 1, you must have seen the bamboo tree. ਤੁਸੀਂ ਬਾਂਸ ਦਾ ਰੁੱਖ ਜ਼ਰੂਰ ਵੇਖਿਆ ਹੋਣਾ। Draw or paste a picture. ਇੱਥੇ ਉਸਦੀ ਤਸਵੀਰ ਜਾਂ ਤਾਂ ਬਣਾਓ ਜਾਂ ਫਿਰ ਚਿਪਕਾਓ। ਹੁਣ ਮੈਂ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਬੈਂਬੂ ਟਰੀ ਦੀ ਡਰਾਇੰਗ ਬਣਾਉਣੀ ਸਿਖਾਉਂਦੀ ਹਾਂ। ਦੇਖੋ, ਇੰਜ ਕਰਕੇ ਤੁਸੀਂ ਲਕੀਰਾਂ ਬਣਾ ਲੈਣੀਆਂ ਨੇ ਟੇਢੀਆਂ। ਇਹ ਟੇਢੀ ਜੀ ਜਾ ਰਹੀ ਹੈ ਤਾਂ ਕਰਕੇ, ਤੇ ਇਧਰਲੇ ਹਿੱਸੇ ਤੋਂ ਵੀ ਦੂਜੇ ਪਾਸੇ ਨੂੰ ਜਾਂਦੀ ਹੋਈ ਇੰਜ ਕਰਕੇ ਇੱਥੇ ਤੁਸੀਂ ਬਣਾ ਸਕਦੇ ਹੋ ਪੱਤੇ। ਇੰਜ ਕਰਕੇ ਟਹਿਣੀਆਂ ਤੇ ਆ ਬਣ ਗਿਆ ਤੁਹਾਡਾ ਬੈਂਬੂ ਟਰੀ। What do we get from bamboo tree? ਸਾਨੂੰ ਬਾਂਸ ਤੋਂ ਕੀ ਕੁਝ ਮਿਲਦਾ ਹੈ? Collect the information from your grandparents and teachers. ਇਸ ਬਾਰੇ ਜਾਣਕਾਰੀ ਇਕੱਠੀ ਕਰੋ ਆਪਣੇ ਦਾਦਾ ਦਾਦੀ, ਨਾਨਾ ਨਾਨੀ ਤੋਂ ਜਾਂ ਫਿਰ ਆਪਣੇ ਅਧਿਆਪਕਾਂ ਤੋਂ। Discuss about the flowers and the roots of bamboo with your teachers and your grandparents. ਤੇ ਆਪਣੇ ਅਧਿਆਪਕਾਂ ਜਾਂ ਫਿਰ ਆਪਣੇ ਬਜ਼ੁਰਗਾਂ ਦੇ ਨਾਲ ਬਾਂਸ ਦੇ ਫੁੱਲਾਂ ਤੇ ਜੜਾਂ ਬਾਰੇ ਚਰਚਾ ਕਰੋ। Talk to your teachers and your grandparents about date palm tree too. ਤੇ ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਦੇ ਨਾਲ ਖਜੂਰ, ਡੇਟ ਦਾ ਮਤਲਬ ਖਜੂਰ ਦੇ ਰੁੱਖ ਬਾਰੇ ਵੀ ਗੱਲ ਕਰੋ। ਮੈਂ ਇੱਥੇ ਲਿਖਿਆ ਬੈਂਬੂ ਬਾਰੇ। Bamboo belongs to the grass family. ਬਾਂਸ ਘਾਹ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। It can grow up to 100 feet long. ਇਹ 100 ਫੁੱਟ ਤੱਕ ਲੰਬਾ ਹੋ ਸਕਦਾ ਹੈ। Some species of bamboo grow over 90 centimeter in height in a day. ਬਾਂਸ ਦੀਆਂ ਕੁਝ ਕਿਸਮਾਂ ਇੱਕ ਦਿਨ ਵਿੱਚ 90 ਸੈਂਟੀਮੀਟਰ ਤੋਂ ਵੱਧ ਉਚਾਈ ਵਿੱਚ ਵੱਧਦੀਆਂ ਹਨ। Bamboo is used in construction work, furniture, and in making of paper. ਬਾਂਸ ਦੀ ਵਰਤੋਂ
ਕੰਸਟਰਕਸ਼ਨ ਦੇ ਲਈ, ਫਰਨੀਚਰ ਬਣਾਉਣ ਦੇ ਲਈ ਤੇ ਕਾਗਜ਼ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਇਟ ਇਜ਼ ਆਲਸੋ ਪੁੱਟ ਟੂ ਯੂਜ਼ ਫॉर ਆਰਕੀਟੈਕਚਰਲ ਪਰਪਸਿਸ। ਇਸ ਦੀ ਵਰਤੋਂ ਆਰਕੀਟੈਕਚਰ ਜਾਂ ਫਿਰ ਸਹੀ ਤਰੀਕੇ ਨਾਲ ਘਰ ਦਾ ਢਾਂਚਾ ਬਣਾਉਣ ਦੇ ਲਈ ਵੀ ਕੀਤੀ ਜਾਂਦੀ ਹੈ। Some parts of this plant can be eaten as bamboo pickle। ਇਹਨਾਂ ਦੇ ਕੁਝ ਹਿੱਸੇ ਨੂੰ ਇੰਜ ਵੀ ਖਾਇਆ ਜਾ ਸਕਦਾ ਹੈ। Its roots prevent the soil from erosion। ਇਸ ਦੀਆਂ ਜੜ੍ਹਾਂ ਮਿੱਟੀ ਨੂੰ ਉੱਡਣ ਤੋਂ ਬਚਾਉਂਦੀਆਂ ਨੇ, ਉਸ ਨੂੰ ਜਕੜ ਕੇ ਰੱਖਦੀਆਂ ਨੇ। Many species of bamboo only flower at interval of 65 to 120 years। ਬਾਂਸ ਦੀਆਂ ਕਈ ਕਿਸਮਾਂ 65 ਤੋਂ 120 ਸਾਲਾਂ ਦੇ ਅੰਤਰਾਲ ਤੇ ਹੀ ਫੁੱਲ ਉਗਾਉਂਦੀਆਂ ਨੇ। ਹੈ ਕਿ ਨਹੀਂ ਹੈਰਾਨ ਕਰ ਦੇਣ ਵਾਲੀ ਗੱਲ। ਤੇ ਇੱਥੇ ਮੈਂ ਇੱਕ ਗੱਲ ਲਿਖੀ ਹੈ ਡੇਟ ਪਾਮ ਖਜੂਰ ਦੇ ਪੇੜ ਬਾਰੇ। ਡੇਟ ਪਾਮ ਟਰੀ ਇਜ਼ ਅਬਾਊਟ 75 ਮੀਟਰਸ ਟਾਲ। ਖਜੂਰ ਦਾ ਰੁੱਖ ਲਗਭਗ 75 ਮੀਟਰ ਉੱਚਾ ਹੁੰਦਾ ਹੈ। ਇਟਸ ਟਰੰਕ ਇਜ਼ ਯੂਜ਼ਡ ਫॉर ਕੰਸਟਰਕਸ਼ਨ। ਤੇ ਇਸ ਦੇ ਜਿਹੜੇ ਤਣੇ ਹੈਗੇ ਨੇ ਉਹ ਵੀ ਕੰਸਟਰਕਸ਼ਨ ਦੇ ਲਈ ਵਰਤੇ ਜਾਂਦੇ ਨੇ। ਅੱਗੇ ਹੈ the forests are being cut at a fast rate। ਜੰਗਲਾਂ ਨੂੰ ਤੇਜ਼ੀ ਨਾਲ ਕੱਟਿਆ ਜਾ ਰਿਹਾ ਹੈ। This is a matter of great concern। ਇਹ ਬਹੁਤ ਚਿੰਤਾ ਦਾ ਵਿਸ਼ੇ ਹੈ। There are many disadvantages of cutting forest। ਜੰਗਲਾਂ ਨੂੰ ਕੱਟਣ ਦੇ ਬਹੁਤ ਸਾਰੇ ਨੁਕਸਾਨ ਹਨ। ਆ ਦੇਖੋ ਜੰਗਲ ਕੱਟੇ ਜਾ ਰਹੇ ਨੇ, cutting of forest। The main and big harm of cutting trees is the destruction of habitats of wild animals। ਰੁੱਖਾਂ ਦੀ ਕਟਾਈ ਦਾ ਮੁੱਖ ਅਤੇ ਵੱਡਾ ਨੁਕਸਾਨ ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦਾ ਵਿਨਾਸ਼ ਹੈ। ਉਹ ਕਿੱਥੇ ਰਹਿਣਗੇ ਜੰਗਲੀ ਜਾਨਵਰ। Second, about 70% of Earth's vegetation and animals live and grow in forest। ਧਰਤੀ ਦੀ ਲਗਭਗ 70% ਜਿਹੜੇ ਜਾਨਵਰ ਹੈਗੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਬਨਸਪਤੀ ਹੈ, ਉਹ ਕਿੱਥੇ ਉਗਦੀ ਹੈ, ਵਧੇਰੇ ਜੰਗਲਾਂ ਵਿੱਚ ਹੀ ਹੁੰਦੀ ਹੈ। Many species of animals and plants have disappeared and others are on the verge of extinction। ਜਾਨਵਰਾਂ ਤੇ ਪੌਦਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਅਲੋਪ ਹੋ ਚੁੱਕੀਆਂ ਨੇ, ਖਤਮ ਹੋ ਚੁੱਕੀਆਂ ਨੇ ਅਤੇ ਹੋਰ ਬਹੁਤ ਅਲੋਪ ਜਾਂ ਖਤਮ ਹੋਣ ਦੀ ਤਦਾਦ ਤੇ ਹੈਗੀਆਂ ਨੇ। Cutting of trees lead to drastic changes in temperature of that place, which further proves harmful for plants and animals of that area। ਰੁੱਖਾਂ ਦੀ ਕਟਾਈ ਨਾਲ ਉਸ ਸਥਾਨ ਦਾ ਤਾਪਮਾਨ ਉਹ ਬਹੁਤ ਛੇਤੀ ਬਦਲ ਜਾਂਦਾ ਹੈ। ਉਸ ਵਿੱਚ ਭਾਰੀ ਤਬਦੀਲੀ ਆਉਂਦੀ ਹੈ, ਜਿਸ ਦੇ ਕਾਰਨ ਪੌਦਿਆਂ ਅਤੇ ਜਾਨਵਰਾਂ ਲਈ ਬਹੁਤ ਨੁਕਸਾਨ ਹੁੰਦਾ ਹੈ। ਉਹ ਇਸ ਸਥਿਤੀ ਵਿੱਚ ਨਹੀਂ ਰਹਿ ਸਕਦੇ। ਅੱਗੇ ਚੱਲਦੇ ਹਾਂ। Fourth, the roots of trees hold the soil to maintain the fertility of the soil। ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਉਪਜਾਊ ਸ਼ਕਤੀ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਫੜ ਕੇ ਰੱਖਦੀਆਂ ਨੇ। But due to deforestation, the topsoil gets loose and is washed away by water or air। This is called soil erosion। ਪਰ ਜੰਗਲਾਂ ਦੀ ਕਟਾਈ ਕਾਰਨ ਉੱਪਰਲੀ ਮਿੱਟੀ ਉਹ ਢਿੱਲੀ ਹੋ ਜਾਂਦੀ ਹੈ ਅਤੇ ਪਾਣੀ ਜਾਂ ਹਵਾ ਦੁਆਰਾ ਧੋ ਹੋ ਜਾਂਦੀ ਹੈ, ਉੜ ਜਾਂਦੀ ਹੈ ਇੱਕ ਥਾਂ ਤੋਂ ਦੂਜੀ ਥਾਂ। ਤੇ ਇਹ ਸਭ ਇਸ ਕਰਕੇ ਹੋ ਰਿਹਾ ਕਿਉਂਕਿ ਆਪਾਂ ਰੁੱਖ ਕੱਟ ਰਹੇ ਹਾਂ ਤੇ ਇਸ ਨੂੰ soil erosion ਕਿਹਾ ਜਾਂਦਾ ਹੈ। Fifth, with the cutting of forest, life of ਆਦੀਵਾਸੀ people becomes tough। ਜੰਗਲਾਂ ਦੀ ਕਟਾਈ ਨਾਲ ਆਦੀਵਾਸੀ ਲੋਕਾਂ ਦਾ ਜੀਵਨ ਔਖਾ ਹੋ ਜਾਂਦਾ ਹੈ। ਉਹ ਕਿੱਥੋਂ ਖਾਣ ਪੀਣ ਦੀਆਂ ਚੀਜ਼ਾਂ ਲੈਣ। Sixth, food web and food chain are also affected due to cutting of forest। ਜੰਗਲਾਂ ਵਿੱਚ ਰੁੱਖਾਂ ਦੀ ਕਟਾਈ ਕਰਕੇ ਫੂਡ ਵੈਬ ਜਾਂ ਫੂਡ ਚੇਨ ਵੀ ਪ੍ਰਭਾਵਿਤ ਹੋ ਰਿਹਾ ਹੈ। ਇੱਕ ਜਾਨਵਰ ਦੂਜੇ ਨੂੰ ਖਾਂਦਾ ਹੈ, ਉਹ ਅੱਗੇ ਖਾਂਦਾ ਹੈ, ਇਹ ਇੱਕ ਚੇਨ ਬਣਦੀ ਹੈ ਤੇ ਆਪਸ ਵਿੱਚ ਚੇਨਾਂ ਵੈਬ ਬਣਾਉਂਦੀਆਂ ਨੇ। ਇਹ ਸਭ ਖਰਾਬ ਹੋ ਰਿਹਾ, ਸੰਤੁਲਨ ਖਰਾਬ ਹੋ ਰਿਹਾ ਕੁਦਰਤ ਦਾ। ਵਾਟਰ ਸਾਈਕਲ ਇਜ਼ ਆਲਸੋ ਡਿਸਟ੍ਰੀਬਿਊਟਡ। ਪਾਣੀ ਦਾ ਜਿਹੜਾ ਚੱਕਰ ਹੈ ਵੀ ਉਹ ਪਾਣੀ ਬਾਰਿਸ਼ ਵਾਂਗ ਥੱਲੇ ਆਏਗਾ, ਫਿਰ
ਅੰਡਰਗਰਾਉਂਡ ਜਾਏਗਾ, ਨਦੀਆਂ ਵਿੱਚ ਜਾਏਗਾ, ਫਿਰ ਇਵੈਪੋਰੇਟ ਹੋਏਗਾ, ਬੱਦਲ ਬਣੇਗਾ। ਇਹ ਸਾਰਾ ਸਾਈਕਲ ਖਰਾਬ ਹੋ ਰਿਹਾ। ਡਿਸਕਸ ਵਿਦ ਟੀਚਰ, ਤੁਸੀਂ ਆਪਣੇ ਅਧਿਆਪਕ ਨਾਲ ਚਰਚਾ ਕਰੋ। ਵਨ ਮਹੋਤਸਵ ਇਜ਼ ਸੈਲੀਬ੍ਰੇਟਡ ਫਰੋਮ 1 ਜੁਲਾਈ ਟੂ 7 ਜੁਲਾਈ। वन महोत्सव 1 ਤੋਂ 7 ਜੁਲਾਈ ਤੱਕ ਮਨਾਇਆ ਜਾਂਦਾ ਹੈ। The teacher should tell the students about the importance of this festival. ਅਧਿਆਪਕ ਨੂੰ ਵਿਦਿਆਰਥੀਆਂ ਨੂੰ ਇਸ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ। ਵਨ ਮਹੋਤਸਵ ਕਿਉਂ ਮਨਾਇਆ ਜਾਂਦਾ ਹੈ? ਤਾਂ ਜੋ ਰੁੱਖਾਂ ਨੂੰ ਨਾ ਕੱਟਿਆ ਜਾਏ, ਰੁੱਖਾਂ ਨੂੰ ਜਾਗਰੂਕ ਕੀਤਾ ਜਾਏ। ਆਦੀਵਾਸੀ people love forest very much. ਆਦੀਵਾਸੀ ਲੋਕ ਜੰਗਲਾਂ ਨੂੰ ਬਹੁਤ ਪਿਆਰ ਕਰਦੇ ਨੇ। They can't imagine their lives without forest. ਉਹ ਜੰਗਲਾਂ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। Why is it so? ਅਜਿਹਾ ਕਿਉਂ ਹੈ? Discuss with your teacher in the class. ਇਸ ਬਾਰੇ ਆਪਣੇ ਅਧਿਆਪਕ ਨਾਲ ਜਮਾਤ ਵਿੱਚ ਚਰਚਾ ਕਰੋ। ਆਦੀਵਾਸੀ ਲੋਕ ਕਿਉਂ ਨਹੀਂ ਰਹਿ ਸਕਦੇ ਫੋਰੈਸਟ ਤੋਂ ਬਿਨਾਂ? ਕਿਉਂਕਿ ਉਹਨਾਂ ਨੂੰ ਤਾਂ ਸਾਰਾ ਕੁਝ ਹੀ ਫੋਰੈਸਟ ਤੋਂ, ਜੰਗਲਾਂ ਤੋਂ ਮਿਲਦਾ ਹੈ, ਤਾਂ ਉਹ ਤਾਂ ਆਪਣਾ ਜੀਵਨ ਬਤੀਤ ਹੀ ਨਹੀਂ ਕਰ ਸਕਦੇ ਉਸ ਤੋਂ ਬਿਨਾਂ। ਠੀਕ ਹੈ। ਡੀਅਰ ਚਿਲਡਰਨ, ਆਈ ਵਾਂਟ ਟੂ ਡਿਸਕਸ ਅ ਫਿਊ ਥਿੰਗਸ ਵਿਦ ਯੂ। ਪਿਆਰੇ ਬੱਚਿਓ, ਮੈਂ ਤੁਹਾਡੇ ਨਾਲ ਕੁਝ ਗੱਲਾਂ ਤੇ ਚਰਚਾ ਕਰਨੀ ਚਾਹੁੰਦੀ ਹਾਂ। ਫੋਰੈਸਟ ਆਰ ਆਲਰੇਡੀ ਲੈਸ ਇਨ ਪੰਜਾਬ। ਪੰਜਾਬ ਵਿੱਚ ਜੰਗਲ ਪਹਿਲਾਂ ਹੀ ਘੱਟ ਨੇ। We should make efforts to cover up this loss. ਤੇ ਸਾਨੂੰ ਇਸ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਕੁਝ ਕਦਮ ਚੁੱਕਣੇ ਚਾਹੀਦੇ ਨੇ, ਕੁਝ ਉਪਰਾਲੇ ਕਰਨੇ ਚਾਹੀਦੇ ਨੇ। ਪਹਿਲਾ, we should plant trees on open land in our surroundings. ਸਾਨੂੰ ਆਪਣੇ ਆਲੇ ਦੁਆਲੇ ਖੁੱਲੀ ਜ਼ਮੀਨ ਤੇ ਰੁੱਖ ਲਾਣੇ ਚਾਹੀਦੇ ਨੇ। Second, appropriate place should be chosen before planting a tree. ਰੁੱਖ ਲਗਾਉਣ ਤੋਂ ਪਹਿਲਾਂ ਢੁਕਵੀਂ ਥਾਂ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ ਵੀ ਇਹ ਥਾਂ ਬਿਲਕੁਲ ਠੀਕ ਹੈ। The selection of trees should be done in accordance with climate of the area. ਜਿਹੜੇ ਵੀ ਰੁੱਖਾਂ ਦੀ ਤੁਸੀਂ ਚੋਣ ਕਰੋਗੇ ਉਹ ਇਸ ਹਿਸਾਬ ਨਾਲ ਕਰਿਓ ਵੀ ਉਹ ਉਸ ਕਲਾਈਮੇਟ ਜਾਂ ਆਪਾਂ ਕਹਿ ਸਕਦੇ ਹਾਂ ਜਲਵਾਯੂ ਦੇ ਅਨੁਸਾਰ ਹੀ ਉਗਦੇ ਹੋਣ। Third, choose only those plants which are beneficial for the people and land of that particular area. ਸਿਰਫ ਉਹ ਪੌਦੇ ਚੁਣੋ ਜੋ ਉਸ ਖਾਸ ਖੇਤਰ ਦੇ ਲੋਕਾਂ ਜਾਂ ਫਿਰ ਜ਼ਮੀਨ ਦੇ ਲਈ ਲਾਭਦਾਇਕ ਹੋਣ। ਇਹ ਗੱਲਾਂ ਹੁਣ ਤੁਸੀਂ ਯਾਦ ਰੱਖਣੀਆਂ ਨੇ। It is important to note that though there are a few forests in Punjab, yet the products made from forest are used in plenty. ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਵੇਂ ਪੰਜਾਬ ਵਿੱਚ ਕੁਝ ਜੰਗਲ ਹਨ, ਫਿਰ ਵੀ ਜੰਗਲਾਂ ਤੋਂ ਬਣੀਆਂ ਵਸਤੂਆਂ ਦਾ ਭਰਪੂਰ ਵਰਤੋਂ ਕੀਤਾ ਜਾਂਦਾ ਹੈ ਇੱਥੇ। For example, bamboo, teak wood, medicinal herbs and shrubs etc. are used. ਉਦਾਹਰਨ ਵਜੋਂ ਬਾਂਸ, ਟੀਕ ਦੀ ਲੱਕੜ, ਜੜੀਆਂ ਬੂਟੀਆਂ ਜਿਹੜੀਆਂ ਹੁੰਦੀਆਂ ਨੇ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਔਸ਼ਧੀ ਵੀ ਇੱਥੋਂ ਮਿਲਦੀ ਹੈ। All these things are brought to Punjab from far off forest. ਇਹ ਸਾਰੀਆਂ ਚੀਜ਼ਾਂ ਦੂਰ ਦੁਰਾਡੇ ਜੰਗਲਾਂ ਤੋਂ ਪੰਜਾਬ ਵਿੱਚ ਲਿਆਈਆਂ ਜਾਂਦੀਆਂ ਨੇ ਵਰਤੋਂ ਲਈ। Are there any trees which are harmful for our area? Let's know. ਕੀ ਕੋਈ ਅਜਿਹੇ ਰੁੱਖ ਵੀ ਹੁੰਦੇ ਨੇ ਜੋ ਸਾਡੇ ਲਈ ਨੁਕਸਾਨਦਾਇਕ ਹੋ ਸਕਦੇ ਨੇ? ਆਓ ਜਾਣਦੇ ਹਾਂ। ਸਫੇਦਾ, ਤੁਸੀਂ ਸੁਣਿਆ ਹੋਵੇਗਾ ਨਾਮ, यूकलिप्टस is a tree, ਆ ਦੇਖੋ ਏਰੀਆ यूकलिप्टस, which grows very fast. ਇਹ ਰੁੱਖ ਬਹੁਤ ਤੇਜ਼ੀ ਨਾਲ ਵੱਧਦਾ ਹੈ। Its wood is used for making paper and sports material. ਇਸ ਦੀ ਲੱਕੜ ਕਾਗਜ਼ ਅਤੇ ਖੇਡਾਂ ਦੀ ਸਮੱਗਰੀ ਬਣਾਉਣ ਲਈ ਵਰਤੀ ਜਾਂਦੀ ਹੈ। Basically, this is an Australian tree. ਅਸਲ ਵਿੱਚ ਇਹ ਇੱਕ ਆਸਟ੍ਰੇਲੀਅਨ ਰੁੱਖ ਹੈ। It has nearly 700 species. ਇਸ ਦੀਆਂ ਲਗਭਗ 700 ਕਿਸਮਾਂ ਹਨ। At present, it is very harmful for the land of Punjab as it needs a lot of water for its growth.
ਅਸਲ ਵਿੱਚ ਮੌਜੂਦਾ ਸਮੇਂ ਵਿੱਚ ਇਹ ਪੰਜਾਬ ਦੀ ਧਰਤੀ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਇਸ ਲਈ ਵੱਧ ਤੋਂ ਵੱਧ ਪਾਣੀ ਦੀ ਲੋੜ ਹੁੰਦੀ ਹੈ। This will further lower the level of underground water। ਜੇ ਇਹ ਇੰਜ ਹੀ ਪਾਣੀ ਖਿੱਚਦਾ ਰਿਹਾ ਤੇ ਇਸ ਨਾਲ ਧਰਤੀ ਹੇਠਲਾ ਪਾਣੀ ਉਹ ਹੋਰ ਘੱਟ ਹੋ ਜਾਵੇਗਾ। It should only ਇੱਥੇ ਆਏਗਾ ONLY spelling ਠੀਕ ਕਰ ਲਿਓ ਸਿਰਫ। It should only be planted in waterlogged areas or wetland। ਇਸ ਨੂੰ ਪਾਣੀ ਭਰੀਆਂ ਥਾਵਾਂ ਤੇ ਜਿੱਥੇ ਜ਼ਮੀਨ ਵਿੱਚ ਬਹੁਤ ਪਾਣੀ ਹੋਏ ਉੱਥੇ ਹੀ ਉਗਾਉਣਾ ਚਾਹੀਦਾ ਹੈ। ਠੀਕ ਹੈ ਬੱਚਿਓ, ਇਸ ਕਰਕੇ ਰੁੱਖ ਹਾਨੀਕਾਰਕ ਹੈ। What can we do to save the forest? ਅਸੀਂ ਜੰਗਲਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਾਂ? Let's think। ਆਓ ਸੋਚੀਏ। ਪਹਿਲਾ, by reusing the things obtained from trees like paper। ਕਾਗਜ਼ ਵਾਂਗ ਰੁੱਖਾਂ ਤੋਂ ਪ੍ਰਾਪਤ ਹੋਣ ਵਾਲੀਆਂ ਚੀਜ਼ਾਂ ਆਪਾਂ ਮੁੜ ਵਰਤੋਂ ਕਰੀਏ ਉਹਦੀ ਬਾਰ-ਬਾਰ। By judicious use of wood, ਲੱਕੜ ਦੀ ਸਮਝਦਾਰੀ ਨਾਲ ਇਸਤੇਮਾਲ ਕਰੀਏ। Judicious ਦਾ ਮਤਲਬ ਹੁੰਦਾ ਹੈ ਸਮਝਦਾਰੀ। By making alternate residential arrangement for the growing population instead of cutting trees। ਜਿਹੜੀ ਆਬਾਦੀ ਵੱਧ ਰਹੀ ਹੈ ਉਹਦੇ ਲਈ ਰਹਿਣ ਦੇ ਲਈ ਹੋਰ ਥਾਵਾਂ ਦਾ ਇੰਤਜ਼ਾਮ ਕਰੀਏ। ਇਹ ਜ਼ਰੂਰੀ ਨਹੀਂ ਹੈ ਵੀ ਰੁੱਖ ਕੱਟ ਕੇ ਹੀ ਉਹਨਾਂ ਲਈ ਘਰ ਬਸਾਏ ਜਾ ਸਕਦੇ ਨੇ। There should be an emphasis on new researches and techniques for the better production of crops instead of cutting the forests to meet the requirement of more land under farming। ਜਿਵੇਂ ਜਿਵੇਂ ਪਾਪੂਲੇਸ਼ਨ ਜਾਂ ਜਨਸੰਖਿਆ ਵੱਧਦੀ ਜਾ ਰਹੀ ਹੈ ਖਾਣ ਦੀ ਜ਼ਰੂਰਤਾਂ ਵੀ ਵੱਧਦੀਆਂ ਜਾਣਗੀਆਂ। ਫਸਲਾਂ ਦੇ ਲਈ ਸਾਨੂੰ ਹੋਰ ਜ਼ਮੀਨ ਧਰਤੀ ਦੀ ਲੋੜ ਪਏਗੀ ਤੇ ਸਾਨੂੰ ਬਹੁਤ ਜ਼ਿਆਦਾ ਧਿਆਨ ਨਵੀਆਂ ਖੋਜਾਂ ਤੇ ਤਕਨੀਕੀਆਂ ਤੇ ਦੇਣਾ ਚਾਹੀਦਾ ਹੈ। ਉੱਥੇ ਜ਼ੋਰ ਲਾਣਾ ਚਾਹੀਦਾ ਹੈ ਤਾਂ ਜੋ ਅਸੀਂ ਬਿਨਾਂ ਰੁੱਖ ਕੱਟੇ ਹੋਰ ਫਸਲਾਂ ਉਗਾ ਸਕੀਏ। Eatables should not be wasted। ਖਾਣ ਪੀਣ ਦੀਆਂ ਚੀਜ਼ਾਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਅੱਗੇ ਹੈ things to remember, ਯਾਦ ਰੱਖਣ ਵਾਲੀਆਂ ਗੱਲਾਂ। There are very few forests in Punjab। ਪੰਜਾਬ ਵਿੱਚ ਬਹੁਤ ਘੱਟ ਜੰਗਲ ਹਨ। Tribal people live in the forest। ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ। The Adivasi people cure diseases with herbs and shrubs। ਆਦੀਵਾਸੀ ਲੋਕ ਜੜੀਆਂ ਬੂਟੀਆਂ ਦੇ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਨੇ। Washing away of the top soil is called soil erosion। ਉੱਪਰਲੀ ਮਿੱਟੀ ਜਦ ਉੱਡ ਜਾਂਦੀ ਹੈ ਜਾਂ ਘਟ ਜਾਂਦੀ ਹੈ ਉਸਨੂੰ soil erosion ਕਿਹਾ ਜਾਂਦਾ ਹੈ। ਸਫੇਦਾ is basically an Australian tree। ਸਫੇਦਾ ਮੂਲ ਰੂਪ ਵਿੱਚ ਇੱਕ ਆਸਟ੍ਰੇਲੀਅਨ ਰੁੱਖ ਹੈ। ਅੱਗੇ ਹੈ fill in the blanks, ਖਾਲੀ ਥਾਵਾਂ ਭਰੋ। ਆਦੀਵਾਸੀ, soil, 70 habitats ਸ਼ਬਦ ਦਿੱਤੇ ਹੋਏ ਨੇ। ਆਦੀਵਾਸੀ, soil ਮਿੱਟੀ, 70 ਜਾਂ ਫਿਰ ਆਵਾਸ ਦੀਆਂ ਥਾਵਾਂ। ਪਹਿਲਾ, dash people live in the forest। ਆਦੀਵਾਸੀ people live in the forest। ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ। About -% of Earth's vegetation and animals live and grow in the forest। ਧਰਤੀ ਤੇ ਲਗਭਗ 70% ਬਨਸਪਤੀ ਅਤੇ ਜੀਵ ਜੰਤੂ ਜੰਗਲਾਂ ਵਿੱਚ ਰਹਿੰਦੇ ਹਨ। Third, the roots of trees hold the soil। ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਫੜ ਕੇ ਰੱਖਦੀਆਂ ਨੇ। Fourth, cutting of trees destroy dash of wild animals habitat। ਉਹਨਾਂ ਦੇ ਰਹਿਣ ਦੀ ਥਾਂ ਨੂੰ ਖਰਾਬ ਕਰ ਦਿੰਦਾ ਹੈ, ਤਬਾਹ ਕਰ ਦਿੰਦਾ ਹੈ। अगली है second question, tick, write or cross the wrong sentence। सही या गलत का निशान लाओ। पहला, there are many forests in Punjab। पंजाब विच बहुत सारे जंगल हैं। बिल्कुल नहीं। Second, we should not cut the forest। सानू जंगलां नू नहीं कटना चाहिदा। बिल्कुल ठीक। Third, आदिवासी people cure diseases with herbs and shrubs। ਆਦੀਵਾਸੀ ਲੋਕ ਜੜੀਆਂ ਬੂਟੀਆਂ ਦੇ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ। ਬਿਲਕੁਲ ਠੀਕ।
Fourth, water cycle is disturbed by cutting of trees. रुखा दी कटाई नाल पानी दा जिहड़ा सर्कल है वाटर सर्कल ओह खराब हो जाता है या बिगड़ जाता है. जी हाँ. सफेदा ट्री नीड्स अ लॉट ऑफ वाटर फॉर इट्स ग्रोथ. सफेदा जिहड़ा रुख है उसके वाधे ਲਈ ਉਸਨੂੰ बहुत पानी ਦੀ ਲੋੜ ਹੁੰਦੀ है. जी हाँ. तीजा क्वेश्चन है मैच द फॉलोइंग. मेल करना है. इत्थे दित्ती हुई है स्टेट राज ते इत्थे दिता होया आदिवासी ट्राइब किहड़े कबीले उत्थे रहंदे सी. सब तो पहला इत्थे मैं नंबर लिख दिंदी हां 1 2 3 4. इत्थे भी नंबर ही लिखांगे. असम दे विच हुंदे ने बोडोज. राजस्थान दे विच सानू देखण नू मिलदे ने बेल. मध्य प्रदेश दे विच गौंड ते झारखंड दे विच हुंदे ने मुंडा ट्राइब. ठीक है. फोर्थ क्वेश्चन है व्हाट डू यू मीन बाय फॉरेस्ट. जंगलां तो तुहाडा की भाव है या की मतलब है. आंसर है फॉरेस्ट इज अ लार्ज पीस ऑफ लैंड विद मेनी ट्रीज और वुडी वेजिटेशन. जंगल बहुत सारे रुखा वाली जमीन हुंदी है. Various kinds of plants, trees, bushes, shrubs, herbs and animals are found on this land. इस धरती ते ਵੱਖ-ਵੱਖ ਕਿਸਮਾਂ ਦੇ ਪੌਦੇ, ਰੁੱਖ, ਝਾੜੀਆਂ ਤੇ ਬੂਟੇ ਜਾਂ ਜਾਨਵਰ ਪਾਏ ਜਾਂਦੇ ਹਨ. It supports wildlife and many tribes also live here. ਇਹ ਜੰਗਲ ਜਿਹੜੇ ਹੈਗੇ ਨੇ ਉਹ ਜੰਗਲੀ ਜਾਨਵਰਾਂ ਨੂੰ ਵੀ ਸਹਾਰਾ ਦਿੰਦੇ ਨੇ ਤੇ ਕਈ ਕਬੀਲੇ ਦੇ ਲੋਕ ਵੀ ਇੱਥੇ ਰਹਿੰਦੇ ਹਨ. Fifth question, who are Adivasi people? आदिवासी लोग कौन ਹਨ? Adivasi refers to a tribe of people who live and depend on forest for their livelihood. आदिवासी ਲੋਕਾਂ ਦੀ ਇੱਕ ਕਬੀਲਾ ਹੁੰਦਾ ਹੈ ਜੋ ਕਿ ਜੰਗਲਾਂ ਦੇ ਉੱਤੇ ਨਿਰਭਰ ਕਰਦੇ ਨੇ ਆਪਣੀ ਰੋਜ਼ੀ ਰੋਟੀ ਲਈ ਤੇ ਉੱਥੇ ਹੀ ਰਹਿੰਦੇ ਨੇ. Adivasi is a Sanskrit term which means the earliest inhabitants. जी हाँ. आदिवासी संस्कृत का शब्द है जिसका अर्थ है सब तो पुराने निवासी. Sixth, what efforts can we make to cover up the loss of forests in Punjab? पंजाब ਦੇ ਜੰਗਲਾਂ ਦੇ ਨੁਕਸਾਨ ਨੂੰ ਢੱਕਣ ਲਈ ਅਸੀਂ ਕੀ ਉਪਰਾਲੇ ਕਰ ਸਕਦੇ ਹਾਂ? ਇਸ ਦਾ ਆਨਸਰ ਹੈ ਫਰਸਟ ਐਂਡ ਫੋਰਮੋਸਟ ਸਟੈਪ ਇਜ਼ ਸਟਾਪ ਕਟਿੰਗ ਟਰੀਜ਼. ਪਹਿਲਾ ਤੇ ਸਭ ਤੋਂ ਵੱਡਾ ਕਦਮ ਹੈ ਰੁੱਖਾਂ ਦੇ ਕੱਟਣ ਨੂੰ ਰੋਕਣਾ ਬੰਦ ਕਰਨਾ. ਕੰਟਰੋਲ ਫੋਰੈਸਟ ਫਾਇਰ. ਜੰਗਲਾਂ ਦੇ ਵਿੱਚ ਅੱਗ ਜਦ ਬੇਕਾਬੂ ਹੋ ਜਾਂਦੀ ਹੈ ਉਹ ਵੀ ਬਹੁਤ ਨੁਕਸਾਨਦਾਇਕ ਹੋ ਜਾਂਦੀ ਹੈ ਤੇ ਇਸ ਨੂੰ ਰੋਕਣਾ ਕੰਟਰੋਲ ਕਰਨਾ ਕਾਬੂ ਕਰਨਾ. ਰੈਗੂਲੇਟ ਦ ਯੂਜ਼ ਆਫ ਫੋਰੈਸਟ ਲੈਂਡ. ਜੰਗਲਾਂ ਦੀ ਜ਼ਮੀਨ ਦੀ ਵਰਤੋਂ ਨੂੰ ਨਿਯਮਿਤ ਤਰੀਕੇ ਦੇ ਨਾਲ ਇਸਤੇਮਾਲ ਕਰਨਾ. Plant trees on wasteland and on the sides of fields so that soil erosion doesn't take place. ਨਾ ਕੇਵਲ ਪੌਦੇ ਉੱਥੇ ਲਾਣਾ ਜਿੱਥੇ ਜ਼ਮੀਨ ਵਾਧੂ ਪਈ ਹੈ ਬਲਕਿ ਆਪਾਂ ਖੇਤਾਂ ਦੇ ਸਾਈਡਾਂ ਤੇ ਵੀ ਪੌਦੇ ਜਾਂ ਫਿਰ ਰੁੱਖ ਲਾ ਸਕਦੇ ਹਾਂ ਤਾਂ ਜੋ ਉਹ ਜਿਹੜੀ ਮਿੱਟੀ ਹੈ ਉਹਨੂੰ ਜਕੜ ਕੇ ਰੱਖ ਸਕਣ ਤੇ soil erosion ਨਾ ਹੋਏ. Avoid wasting paper and recycle paper. कागज ਨੂੰ ਬਰਬਾਦ ਨਾ ਕਰੋ ਸਗੋਂ ਉਸ ਦੀ ਵਰਤੋਂ ਬਾਰ-ਬਾਰ ਕਰੋ. It is important to discourage the use of expensive decorative wooden items or other material related to wood. ਆ ਜਿਹੜੇ ਮਹਿੰਗੇ ਸ਼ੌਕ ਲੋਕਾਂ ਨੇ ਪਾਲੇ ਹੋਏ ਨੇ ਮਹਿੰਗੀਆਂ ਵਸਤੂਆਂ ਲੱਕੜਾਂ ਦੀਆਂ ਵਸਤੂਆਂ ਰੱਖਣੀਆਂ ਹੋਰ ਸਮੱਗਰੀ ਰੱਖਣੀ ਜਿਸ ਨਾਲ ਉਹਨਾਂ ਦਾ ਸਟੇਟਸ ਪਤਾ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਤੇ ਰੋਕ ਲਾਣੀ ਇਹਨੂੰ ਡਿਸਕਰੇਜ ਕਰਨਾ ਇਹਨੂੰ ਘਟਾਉਣਾ. Seventh question, what things should be ensured before planting a tree? ਰੁੱਖ ਲਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਇਸ ਦਾ ਆਨਸਰ ਹੈ many factors should be considered before planting a tree. ਇੱਕ ਰੁੱਖ ਲਾਉਣ ਤੋਂ ਪਹਿਲਾਂ ਬਹੁਤ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ. ਪਹਿਲਾ, we should plant trees on wasteland so that they are put to use. ਸਾਨੂੰ ਜਿਹੜਾ ਖਾਲੀ ਜ਼ਮੀਨ ਪਈ ਹੈ ਉੱਥੇ ਰੁੱਖ ਲਾਉਣੇ ਚਾਹੀਦੇ ਹਨ ਤਾਂ ਜੋ ਉਹਨਾਂ ਦੀ ਵਰਤੋਂ ਕੀਤੀ ਜਾ ਸਕੇ ਉਸ ਜ਼ਮੀਨ ਦੀ. Second,
Trees should be planted according to the environmental conditions by checking the soil type and season. ਮਿੱਟੀ ਦੀ ਕਿਸਮ ਅਤੇ ਮੌਸਮ ਦੀ ਜਾਂਚ ਕਰਕੇ ਹੀ ਉੱਥੇ ਉਸ ਪ੍ਰਕਾਰ ਦਾ ਰੁੱਖ ਲਾਣਾ ਚਾਹੀਦਾ ਹੈ. Third, planting of trees should be done in a way so that larger mass of people get benefited from the same. ਰੁੱਖ ਇਸ ਤਰੀਕੇ ਦੇ ਨਾਲ ਲਾਉਣੇ ਚਾਹੀਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਉਸ ਦਾ ਲਾਭ ਲੈ ਸਕਣ. 8th question, what can we do to save the forest? ਅਸੀਂ ਜੰਗਲਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਾਂ? ਆਨਸਰ ਹੈ ਪਹਿਲਾ, ਕੰਟਰੋਲ ਫੋਰੈਸਟ ਫਾਇਰ. ਜੰਗਲ ਦੇ ਵਿੱਚ ਜਿਹੜੀ ਅੱਗ ਲੱਗਦੀ ਹੈ ਉਹਨੂੰ ਪਹਿਲਾਂ ਕਾਬੂ ਵਿੱਚ ਕਰਨਾ ਜ਼ਰੂਰੀ ਹੈ. ਰੀਯੂਜ਼ ਪੇਪਰ ਐਜ਼ ਅ lot of trees are cut to manufacture it. ਕਾਗਜ਼ ਨੂੰ ਮੁੜ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਕਾਗਜ਼ ਨੂੰ ਬਣਾਉਣ ਲਈ ਬਹੁਤ ਸਾਰੇ ਰੁੱਖ ਕੱਟੇ ਜਾਂਦੇ ਨੇ. Discourage the use of plastic. ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਚਾਹੀਦਾ ਹੈ. Encourage the use of organic manure. ਜਿਹੜੀ ਨੈਚੁਰਲ ਮੈਨਿਓਰ ਹੈ, ਖਾਦ ਹੈਗੀ ਹੈ, ਉਸ ਦਾ ਇਸਤੇਮਾਲ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ. Planning and controlled cutting of trees for planning and controlled cutting of trees for a residential or factory area. ਤਰੀਕੇ ਦੇ ਨਾਲ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ ਜੇ ਲੋੜ ਪਏ, ਜਾਂ ਫਿਰ ਜਿਹੜੇ ਲੋਕ ਵੱਧਦੀ ਆਬਾਦੀ ਦੇ ਵਿੱਚ ਘਰ ਲੱਭ ਰਹੇ ਨੇ ਉਹਨਾਂ ਦੇ ਲਈ ਹੋਰ ਥਾਵਾਂ ਨਿਸ਼ਚਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ. ਪ੍ਰਮੋਟ ਰੀਫੋਰੈਸਟੇਸ਼ਨ ਐਂਡ ਏਫੋਰੈਸਟੇਸ਼ਨ. ਵਾਪਸ ਰੁੱਖ ਲਾਣੇ, ਇਸ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ, ਵਿਸ਼ੇਸ਼ਤਾ ਦੇਣੀ ਚਾਹੀਦੀ ਹੈ. Sensitize the people about the need to plant trees. ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ. ਤੇ ਨਾਲ ਦੀ ਨਾਲ ਆਪਾਂ ਸਲੋਗਨ ਇਸਤੇਮਾਲ ਕਰ ਸਕਦੇ ਹਾਂ, each one plant one. ਹਰ ਕੋਈ ਇੱਕ ਰੁੱਖ ਲਾਏ. If we save the forest, it will not only boost tourism. ਜੇ ਆਪਾਂ ਰੁੱਖਾਂ ਨੂੰ ਬਚਾਉਂਦੇ ਹਾਂ ਤੇ ਇਸ ਨਾਲ ਨਾ ਕੇਵਲ ਟੂਰਿਜ਼ਮ ਨੂੰ, ਬਾਹਰ ਤੋਂ ਜਿਹੜੇ ਲੋਕੀ ਆਉਂਦੇ ਨੇ ਉਹ ਜ਼ਿਆਦਾ ਆਣਗੇ, ਸਗੋਂ it will also keep the air clean, avoid soil erosion and protects the wildlife. ਬਲਕਿ ਨਾ ਕੇਵਲ ਪੈਸਾ ਹੋਰ ਆਏਗਾ, ਸਗੋਂ ਹਵਾ ਵੀ ਸਾਫ਼ ਰਹੇਗੀ, soil erosion ਵੀ ਨਹੀਂ ਹੋਏਗੀ ਤੇ ਨਾਲ ਦੀ ਨਾਲ ਜਿਹੜੇ ਜੰਗਲੀ ਜਾਨਵਰ ਹੈਗੇ ਨੇ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ. ਇਹ ਸੀ ਅੱਜ ਦੀ ਕਲਾਸ. ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ. Now we'll meet in the next class. Till then, take care. Bye bye.